प्यारे विद्यार्थियों, स्वागत है ਤੁਹਾਡੇ ਆਪਣੇ YouTube ਚੈਨਲ ਤੇ। ਸਾਥੀਓ, ਅੱਜ ਅਸੀਂ ਕਲਾਸ 11ਵੀਂ ਦਾ ਵੈਲਕਮ ਲਾਈਫ ਜੋ ਵਿਸ਼ਾ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ। ਹੁਣ ਤੱਕ ਅਸੀਂ ਪਲੱਸ 2 ਦੇ ਸਾਰੇ ਟੌਪਿਕ ਕਵਰ ਕਰ ਲਏ ਨੇ। ਹੁਣ ਪਲੱਸ 1 ਦਾ ਜੋ ਸਵਾਗਤ ਜ਼ਿੰਦਗੀ ਵੈਲਕਮ ਲਾਈਫ ਦਾ ਜੋ ਵਿਸ਼ਾ ਹੈ ਉਹਨੂੰ ਅੱਜ ਸ਼ੁਰੂ ਕਰਾਂਗੇ। ਤੇ ਜੇ ਇਹਦੀ ਗੱਲ ਕਰਾਂ, ਇਹਦੇ ਵਿੱਚ ਸਾਡੇ ਕੋਲ ਜੋ ਚੈਪਟਰ ਨੇ 9 ਚੈਪਟਰ ਨੇ ਜਿਸ ਤਰ੍ਹਾਂ ਪਲੱਸ 2 'ਚ ਨੇ। तो पहला लैसन जो अज असी करन जा रहे हैं ओनैसटी, ईमानदारी तो शुरू करते हैं। ये दो शब्द ने, एक तो ईमानदारी ओनैसटी, दूसरा रिस्पैक्ट। ये उत्ते अज गल करांगे। चलो शुरू करते हैं जी। ओनैसटी जो है इज़ द बेस्ट पॉलिसी। जे बेंजामिन फ्रैंकलिन दे वर्ड ने, ईमानदारी सब तो चंगी नीति है। तुसीं अक्सर सुनिया है। ओनैसटी जो ईमानदारी जिन्हों कहते हैं implies fairness and straightforwardness of conduct. Honesty include qualities like sincerity, integrity, trustworthiness. They are the good qualities that every person should possess and certainly worthwhile in one's personal and social life. Being honest with others is very essential for creating and maintaining healthy relationship. Similarly, being honest with oneself is vital for personal development and growth, as well as self acceptance and self esteem. सो ਇਹਦੇ ਵਿੱਚ ਗੱਲ ਆਉਂਦੀ ਹੈ ਜੀ, ਇਮਾਨਦਾਰੀ ਜੋ ਹੈ ਇਹ ਇੱਕ ਫੇਅਰਨੈਸ ਦਿੰਦੀ ਹੈ, ਪਾਰਦਰਸ਼ਤਾ ਤੇ ਸਟ੍ਰੇਟ ਫਾਰਵਰਡ, ਬੰਦਾ ਝਿਜਕਦਾ ਨਹੀਂ, ਸਿੱਧੀ ਗੱਲ, ਸਪਸ਼ਟ ਗੱਲ ਹੁੰਦੀ ਹੈ ਕਿਸੇ ਦੇ ਬਿਹੇਵੀਅਰ ਦੀ। ਇਹਦੇ 'ਚ ਸੰਸੀਅਰਟੀ ਹੁੰਦਾ ਹੈ, ਆਗਿਆਕਾਰੀ, ਇੰਟੀਗ੍ਰਿਟੀ ਇੱਕ ਬੰਦ ਵਿੱਚ ਰਹਿਣਾ, ਇਕਾਗਰ ਰਹਿਣਾ, ਟਰਸਟਵਰਥੀਨੈਸ ਵਿਸ਼ਵਾਸਯੋਗ ਹੋਣਾ। ਸੋ ਇਹ ਗੁੱਡ ਕੁਆਲਿਟੀ ਹੈ, ਹਰੇਕ ਬੰਦੇ ਦੀ ਜ਼ਿੰਦਗੀ 'ਚ ਹੋਣੀ ਹੈ, ਜ਼ਰੂਰੀ ਹੈ। ਸਰਟੇਨਲੀ ਵਰਥਵਾਈਲ ਇਨ ਵਨਸ ਪਰਸਨਲ ਐਂਡ ਸੋਸ਼ਲ ਲਾਈਫ। ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ, ਉਹਦੇ ਸਮਾਜਿਕ ਜ਼ਿੰਦਗੀ ਅਤੇ ਉਹਦੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਜੋ ਕੁਆਲਿਟੀਜ਼ ਨੇ ਇੱਕ ਚੰਗਾ ਰੋਲ ਪਲੇ ਕਰਦੀਆਂ ਨੇ। ਇਮਾਨਦਾਰ ਹੋਣਾ ਇੱਕ ਬਹੁਤ ਹੀ ਜ਼ਰੂਰੀ ਕੁਆਲਿਟੀ ਹੈ ਫਾਰ ਮੇਨਟੇਨਿੰਗ ਹੈਲਥੀ ਰਿਲੇਸ਼ਨਸ਼ਿਪ। ਕੋਈ ਵੀ ਰਿਲੇਸ਼ਨਸ਼ਿਪ, ਕੋਈ ਵੀ ਰਿਸ਼ਤਾ ਹੈ, ਉਹਦੇ 'ਚ ਜੇ ਇਮਾਨਦਾਰੀ ਹੈ ਤਾਂ ਰਿਲੇਸ਼ਨ ਬਚਿਆ ਰਹਿੰਦਾ ਹੈ। ਓਨੈਸਟ ਇਮਾਨਦਾਰ ਹੋਣਾ ਆਪਣੇ ਵਾਸਤੇ ਵੀ ਸਹੀ ਹੈ। ਜੇ ਬੰਦਾ ਇਮਾਨਦਾਰ ਵਿਅਕਤੀ, ਉਹਦਾ ਗਰੋਥ, ਵਿਕਾਸ ਚੰਗਾ ਹੁੰਦਾ ਹੈ ਅਤੇ ਉਹ ਆਪਣੀ ਕੁਆਲਿਟੀਜ਼ ਨੂੰ ਵਧੀਆ ਤਰੀਕੇ ਨਾਲ ਲੈ ਕੇ ਆਉਂਦਾ ਹੈ। ਇਹਦੇ 'ਚ ਐਕਟੀਵਿਟੀ ਦੱਸੀ ਹੈ, ਕੁਐਸਚਨ ਪੁੱਛੇ ਨੇ, ਜਿਹੜੇ ਤੁਸੀਂ ਹੈਗੇ ਉਹਨੂੰ ਟਿਕ ਕਰ ਦੇਣਾ, ਜੇ ਨਹੀਂ ਉਹਨੂੰ ਕ੍ਰੋਸ ਕਰ ਦੇਣਾ ਜਿਹੜੀ ਜਗ੍ਹਾ 'ਤੇ ਤੁਸੀਂ ਹੋ। ਮੋਸਟ ਆਫ ਦਾ ਪੀਪਲ ਆਰ ਓਨੈਸਟ। ਸਾਰੇ ਕਾਫੀ ਲੋਕ ਓਨੈਸਟ ਹੁੰਦੇ ਨੇ। ਇਸ ਗੱਲ ਨਾਲ ਤੁਸੀਂ ਐਗਰੀ ਕਰਦੇ ਹੋ। ਜੇ ਤੁਸੀਂ ਬਿਲਕੁਲ ਐਗਰੀ ਨਹੀਂ ਕਰਦੇ ਤਾਂ ਇੱਥੇ ਕਰਨਾ ਹੈ। ਜੇ ਐਗਰੀ ਕਰਦੇ ਹੋ, ਡਿਸਐਗਰੀ ਕਰਦੇ ਇੱਥੇ ਕਰਨਾ, ਨਾ ਐਗਰੀ ਨਾ ਡਿਸਐਗਰੀ ਇੱਥੇ। ਜੇ ਐਗਰੀ ਕਰਦੇ ਇਸ ਜਗ੍ਹਾ 'ਤੇ ਟਿਕ ਕਰਨਾ, ਜੇ ਪੂਰੀ ਤਰ੍ਹਾਂ ਐਗਰੀ ਕਰਦੇ ਇਸ ਤਰ੍ਹਾਂ 'ਤੇ ਟਿਕ ਕਰਨਾ। ਤਾਂ ਇੱਥੋਂ ਤੁਹਾਡਾ ਪਤਾ ਲੱਗੇਗਾ। ਮੋਸਟ ਆਫ ਪੀਪਲ ਆਰ ਟਰਸਟਵਰਥੀ। ਕਾਫੀ ਲੋਕ ਵਿਸ਼ਵਾਸਯੋਗ ਹੁੰਦੇ ਨੇ। ਮੋਸਟ ਆਫ ਪੀਪਲ ਆਰ ਕਾਇੰਡ। ਕਾਫੀ ਲੋਕ ਦਿਆਲੂ ਹੁੰਦੇ ਨੇ। ਆਈ ਐਮ ਟਰਸਟਫੁਲ। ਮੈਂ ਵਿਸ਼ਵਾਸਯੋਗ ਹਾਂ, ਵਿਸ਼ਵਾਸ ਲਾਇਕ ਹਾਂ। ਮੋਸਟ ਆਫ ਦਾ ਪੀਪਲ ਵਿਲ ਰਿਸਪੌਂਡ ਇਨ ਸੇਮ ਵੇ ਐਜ਼ ਦੇ ਆਰ ਟਰਸਟਡ ਬਾਈ ਅਦਰ। ਕਾਫੀ ਲੋਕ ਉਸ ਤਰੀਕੇ ਨਾਲ ਵਿਵਹਾਰ ਕਰਨਗੇ ਐਜ਼ ਦੇ ਆਰ ਟਰਸਟਡ ਬਾਈ ਅਦਰ, ਜਿਸ ਤਰ੍ਹਾਂ ਲੋਕ ਦੂਸਰੇ ਤਰੀਕੇ ਤੋਂ ਵਿਸ਼ਵਾਸ ਕਰਦੇ ਨੇ। ਯਾਨੀ ਜੇ ਤੁਸੀਂ ਕਿਸੇ 'ਤੇ ਵਿਸ਼ਵਾਸ ਕਰਦੇ, ਤੁਹਾਡੇ 'ਤੇ ਕੋਈ ਵਿਸ਼ਵਾਸ ਕਰੇਗਾ। ਇਹ 5 ਪ੍ਰਸ਼ਨ ਨੇ। ਇਹਦੇ ਨਾਲ ਤੁਸੀਂ ਕਿਸ ਤਰ੍ਹਾਂ ਐਗਰੀ ਕਰਦੇ ਹੋ ਉੱਥੇ ਟਿਕ ਕਰਨਾ ਹੈ। ਇਸੇ ਤਰ੍ਹਾਂ ਦੂਸਰੀ ਐਕਟੀਵਿਟੀ ਹੈ ਟ੍ਰੈਡੀਸ਼ਨਲ ਸਟੋਰੀ ਟੈਲਿੰਗ। ਇੱਕ ਕਹਾਣੀ ਹੈ। ਹੇਅਰ ਇਜ਼ ਅ ਕਲਾਸਰੂਮ ਐਕਟੀਵਿਟੀ ਫਾਰ ਫਸਟ ਹੈਂਡ ਇਨਫੋਰਮੇਸ਼ਨ ਔਨ ਓਨੈਸਟੀ। ਕਲਾਸਰੂਮ ਦੀ ਐਕਟੀਵਿਟੀ ਵਿੱਚ ਇਮਾਨਦਾਰੀ ਦਾ ਪਤਾ ਲੱਗਦਾ ਪਹਿਲੇ ਇੱਥੇ। ਵੀ ਵਿਲ ਹੈਵ ਸਾਈਨ ਸ਼ੋਇੰਗ ਸਟਰੋਂਗਲੀ ਐਗਰੀ, ਸਟਰੋਂਗਲੀ ਡਿਸਐਗਰੀ ਪੋਸਟਡ ਔਨ ਓਪੋਜਿਟ ਵਾਲ ਆਫ ਦਾ ਕਲਾਸਰੂਮ। ਬੀਇੰਗ ਦਾ ਐਕਟੀਵਿਟੀ ਹੇਅਰ ਆਰ ਸਰਟਨ ਇੰਸਟਰਕਸ਼ਨਸ। ਐਕਟੀਵਿਟੀ ਇੱਥੇ ਦੀਵਾਰਾਂ 'ਤੇ ਲਿਖਿਆ ਨੇ ਸਟਰੋਂਗਲੀ ਐਗਰੀ, ਸਟਰੋਂਗਲੀ ਡਿਸਐਗਰੀ। ਇੱਕ ਜਗ੍ਹਾ ਲਿਖਿਆ ਜੇ ਤੁਸੀਂ ਸਹਿਮਤ ਕਰਦੇ ਤਾਂ ਉੱਥੇ ਲਿਖਿਆ ਸਟਰੋਂਗ ਐਗਰੀ, ਸਟਰੋਂਗਲੀ। ਜੇ ਨਹੀਂ ਕਰਦੇ ਤਾਂ ਸਟਰੋਂਗਲੀ ਡਿਸਐਗਰੀ। ਇਹਦੇ ਵਿੱਚ ਕੀ ਹੈ, ਯੂਅਰ ਓਪੀਨੀਅਨ ਅਬਾਊਟ 2 ਡਿਫਰੈਂਟ ਸਟੋਰੀ ਵਿਲ ਬੀ ਆਸਕ। ਤੁਹਾਡੇ ਕੋਲ ਜੋ ਨੀਚੇ ਸਟੋਰੀ ਦਿੱਤੀਆਂ ਨੇ ਉਹਦੇ ਤੋਂ ਤੁਹਾਡੇ ਤੋਂ ਵਿਸ਼ਵਾਸ ਲਿਆ ਜਾਏਗਾ ਕਿ ਤੁਸੀਂ ਕਿਸ ਤਰ੍ਹਾਂ ਕਹਾਣੀ ਨੂੰ ਦੇਖਿਆ ਹੈ। ਆਲ ਦਾ ਸਟੂਡੈਂਟ ਆਫ ਕਲਾਸ ਵਿਲ ਲਾਈਨ ਅਪ ਅਲੋਂਗ ਵਿਦ ਵਾਲ ਬਿਟਵੀਨ ਦੀ ਸਾਈਨ ਡਿਪੈਂਡਿੰਗ ਔਨ ਸਟਰੋਂਗਲੀ ਐਗਰੀ ਐਂਡ ਡਿਸਐਗਰੀ। ਜੋ ਸਟੋਰੀ ਦੇ ਕਰੈਕਟਰ ਨੇ ਉਹਦੇ ਹਿਸਾਬ ਨਾਲ ਤੁਸੀਂ ਸਟੂਡੈਂਟ ਜਿੱਧਰ ਜਾਣਗੇ, ਜੇ ਐਗਰੀ ਵੱਲ ਜਾਣਗੇ ਤਾਂ ਦੀਵਾਰ ਦੀ ਉਸ ਪਰ ਲਾਈਨ ਬਣਾ ਲੈਣਗੇ, ਜੇ ਡਿਸਐਗਰੀ ਕਰਨਗੇ ਦੂਸਰੀ ਜਗ੍ਹਾ ਲਾਈਨ ਬਣਾ ਲੈਣਗੇ, ਲਾਈਨ 'ਚ ਲੱਗਦੇ ਜਾਣਗੇ। ਤਾਂ ਪਹਿਲੀ ਸਟੋਰੀ ਹੈ ਜੀ ਲਾਇਨ ਐਂਡ ਸ਼ੈਫਰਡ ਬॉय। ਸ਼ੈਫਰਡ ਹੁੰਦਾ ਜੋ ਭੇਡਾਂ ਚਰਾਉਣ ਵਾਲਾ, ਸ਼ੇਰ ਅਤੇ ਭੇਡਾਂ ਚਰਾਉਣ ਵਾਲਾ। ਇਨ ਦ ਸਟੋਰੀ ਸ਼ੈਫਰਡ ਬॉय
scream loudly "Lion, lion" and present a false story to villager about a lion attacking his sheep. Initially, he received a lot of attention from others, but is ultimately found lying. Later on day, a lion actually takes away his sheep. No one believes his word while shouts because he has lied about it before. This story is not only encourages us to tell the truth but also show how lying may prove fatal and backfire. ਸੋ ਇਹ ਕਹਾਣੀ ਬਹੁਤ ਛੋਟੀ ਕਹਾਣੀ ਹੈ ਤੇ ਅਕਸਰ ਸੁਣੀ ਹੋਵੇਗੀ ਤੁਸੀਂ ਵੀ ਇੱਕ ਭੇਡਾਂ ਚਰਾਉਣ ਵਾਲਾ ਸੀ ਤੇ ਉਹ ਝੂਠੀ ਰੌਲਾ ਪਾ ਦਿੰਦਾ ਸੀ ਸ਼ੇਰ ਆ ਗਿਆ ਤੇ ਇੱਕ ਦਿਨ ਦਾ ਰੌਲਾ ਪਾਇਆ ਤੇ ਲੋਕ ਉਹਦੀ ਗੱਲ ਸੁਣ ਕੇ ਆਏ, ਉੱਥੇ ਸ਼ੇਰ ਨਹੀਂ ਸੀ। ਲੋਕੀ ਕਹਿ ਕੇ ਝੂਠ ਬੋਲ ਰਿਹਾ। ਦੂਸਰੀ ਵਾਰ ਫਿਰ ਉਹਨੇ ਰੌਲਾ ਪਾਇਆ ਪਰ ਅਸਲ 'ਚ ਆ ਗਿਆ ਸੀ ਸ਼ੇਰ, ਉਹਦੀ ਭੇਡ ਨੂੰ ਲੈ ਜਾਂਦਾ ਹੈ। ਪਰ ਲੋਕੀ ਉਹਦੀ ਗੱਲ 'ਤੇ ਯਕੀਨ ਨਹੀਂ ਕਰਦੇ ਵੀ ਉਹ ਝੂਠ ਬੋਲਦਾ ਹੈ। ਇਹ ਕਹਾਣੀ ਤੁਸੀਂ ਪਹਿਲੇ ਸੁਣੀ ਹੋਵੇਗੀ। दूसरी कहानी है ऑनेस्ट वुड कटर, ईमानदार लकड़हारा। इन द स्टोरी ए पुअर वुड कटर loses his only axe as it falls into river while cutting wood. He gets upset because he has no money to buy new one. Seeing him sitting sadly in condolence on the river bank, the king who was passing by sent his royal driver to dive into the river and bring out the woodcutter axe. Diver brings a golden axe and says, "I found this axe in the river. Is it yours?" Woodcutter replies honestly, "That is not his axe." The diver then brings out silver axe. Woodcutter again tells diver, "This is not his axe." Finally, when diver brings his golden axe, he replies happily, "It is his," and take after thanking the diver for getting his axe. Seeing that man is so honest, king, who is actually a god of water, is highly pleased with woodcutter. He asks the diver, his servant, to give him all 3 eggs as reward. After narrating both the stories, the teacher will ask the student to stand in front of sign that correspond with their agreement or disagreement with the character action. Further, the student will justify why they choose to stand where they did. The responses can be written on the board. ਸੋ ਇਹ ਫੋਟੋ 'ਚ ਦੇਖ ਸਕਦੇ ਹੋ ਇੱਕ ਲੱਕੜਹਾਰਾ ਸੀ ਜੋ ਕਿ ਗਰੀਬ ਸੀ। ਉਹਦੇ ਕੋਲੋਂ ਲੱਕੜੀ ਦੀ ਕੁਹਾੜੀ ਸੀ ਜਿਹਨੂੰ ਲੋਹੇ ਦਾ ਅੱਗੇ ਕੱਟਣ ਵਾਲਾ ਗਿਆ ਸੀ। ਤੋ ਜਾਂਦਾ ਹੈ, ਲੱਕੜੀ ਕੱਟ ਰਿਹਾ ਹੁੰਦਾ ਹੈ, ਦਰਖਤ 'ਤੇ ਚੜ੍ਹਿਆ ਹੁੰਦਾ ਤਾਂ ਉਹਦੀ ਜੋ ਕੁਹਾੜੀ ਹੈ ਪਾਣੀ 'ਚ ਨਦੀ 'ਚ ਡਿੱਗ ਜਾਂਦੀ ਹੈ। ਤੋ ਬੜਾ ਦੁੱਖ ਹੁੰਦਾ ਹੈ ਕਿ ਉਹਦੇ ਵਿੱਚੋਂ ਕੋਲੋਂ ਇੱਕ ਹੀ ਕੁਹਾੜੀ ਸੀ, ਹੋਰ ਪੈਸੇ ਨਹੀਂ ਸੀ ਕੁਹਾੜੀ ਲੈਣ ਵਾਸਤੇ। ਫਿਰ ਇੱਕ ਰਾਜਾ ਹੁੰਦਾ ਹੈ ਉੱਥੇ, ਉਹ ਆਪਣੇ ਨੌਕਰ ਨੂੰ ਕਹਿੰਦਾ ਤੂੰ ਡੁਬਕੀ ਲਾ ਅਤੇ ਇਹਦੀ ਕੁਹਾੜੀ ਕੱਢ ਕੇ ਦੇ। ਸੋ ਜਦੋਂ ਡੁਬਕੀ ਲਾਉਂਦਾ ਹੈ ਉਹਦਾ ਨੌਕਰ ਪਹਿਲੇ ਸੋਨੇ ਦੀ ਕੁਹਾੜੀ ਕੱਢਦਾ, ਕਹਿੰਦਾ ਮੇਰੀ ਨਹੀਂ ਹੈ। ਫਿਰ ਸਿਲਵਰ ਦੀ ਕੱਢਦਾ, ਕਹਿੰਦਾ ਮੇਰੀ ਨਹੀਂ ਹੈ। ਫਿਰ ਫਾਈਨਲੀ ਲੱਕੜ ਦੀ ਕੁਹਾੜੀ ਕੱਢਦਾ, ਕਹਿੰਦਾ ਹਾਂ ਇਹ ਮੇਰੀ ਹੈ। ਉਹਦੀ ਇਮਾਨਦਾਰੀ ਨੂੰ ਦੇਖ ਕੇ ਉਹ ਕਿੰਗ ਬੜਾ ਖੁਸ਼ ਹੁੰਦਾ। ਐਕਚੁਅਲੀ ਜੋ ਰਾਜਾ ਸੀ ਉਹ ਪਾਣੀ ਦਾ ਦੇਵਤਾ ਸੀ, ਤੋ ਉਹਨੂੰ ਇਨਾਮ ਦੇ ਵਿੱਚ 3 ਕੁਹਾੜੀਆਂ ਦੇ ਜਾਂਦਾ ਹੈ। ਤੋ ਇਹ ਸਟੋਰੀ, ਇੱਕ ਸਟੋਰੀ ਸੀ ਭੇਡਾਂ ਚਰਾਉਣ ਵਾਲੇ ਦੀ, ਇੱਕ ਸਟੋਰੀ ਸੀ ਇਮਾਨਦਾਰ ਲੱਕੜਹਾਰੇ ਦੀ। ਸੋ ਇਹ 2 ਕਹਾਣੀਆਂ ਕਲਾਸ ਵਿੱਚ ਟੀਚਰ ਨੇ ਸੁਣਾਈਆਂ। ਹੁਣ ਬੱਚੇ ਕੀ ਕਰਨਗੇ ਇਹਦੇ ਹਿਸਾਬ ਦੇ ਨਾਲ, ਅਤੇ 2 ਕੰਧਾਂ 'ਤੇ ਲੱਗਾਂ ਨੇ। ਜੇ ਤੁਸੀਂ ਕਹਾਣੀ ਨਾਲ ਐਗਰੀ ਕਰਦੇ ਹੋ ਅਤੇ ਐਗਰੀ ਸਟਰੋਂਗਲੀ ਐਗਰੀ ਵੱਲ ਜਾਣਾ, ਜੇ ਨਹੀਂ ਕਰਦੇ ਤਾਂ ਸਟਰੋਂਗਲੀ ਡਿਸਐਗਰੀ, ਅਤੇ ਉਹਦੇ ਹਿਸਾਬ ਨਾਲ ਬੱਚੇ ਦੱਸਣਗੇ ਵੀ ਅਸੀਂ ਇਸ ਸਾਈਡ ਕਿਉਂ ਗਏ। ਸੋ ਇਹ ਸੀ ਪਹਿਲੀ ਐਕਟੀਵਿਟੀ। ਉਹਦੇ 2 ਐਕਟੀਵਿਟੀਜ਼ ਆ ਗਈਆਂ। ਫਿਰ ਆ ਗਈ ਐਕਟੀਵਿਟੀਜ਼ ਨੰਬਰ 3, ਕ੍ਰੀਏਟਿਵ ਸਕਿੱਲ ਅਪਰੋਚ। ਇੱਕ ਸਿਰਜਨਾਤਮਕ ਜੋ ਕਲਾ ਹੈ ਉਹਦੇ ਬਾਰੇ ਗੱਲ ਕੀਤੀ ਹੈ। ਟੀਚਰ ਵਿਲ ਆਸਕ ਐਵਰੀ ਸਟੂਡੈਂਟ ਟੂ ਥਿੰਕ ਅਬਾਊਟ ਏ ਪਰਸਨ ਹੂ ਇਜ਼ ਅਕੋਰਡਿੰਗ ਟੂ ਹਿਮ ਔਰ ਹਰ ਓਨੈਸਟ। ਦਿਸ ਵਿਲ ਬੀ ਕ੍ਰੀਏਟਿਵ ਐਕਟੀਵਿਟੀ in which all the student will participate. The student will be given some time to think about that person. Engaging student in an artistic and creative exercise like this will provide them with an opportunity to think about honesty. Then the students will be asked to draw a sketch or poster or collage of that person depicting his or her activity in support of their thought. The drawing will be unique as the child. Showing the drawing of each child, the class teacher will explain how the student has creatively depicted the honesty as a useful trait his or her drawing. So ਇਹ ਤੀਸਰੀ ਐਕਟੀਵਿਟੀ ਹੈ। ਇਹਦੇ ਵਿੱਚ ਕੀ ਹੈ, ਵਿਦਿਆਰਥੀ ਨੂੰ ਟੀਚਰ ਕਹਿੰਦਾ ਤੁਸੀਂ
उस बंदे की गल करनी है जिन्हों तुसीं ईमानदार समझते हो, जिहड़ा तुहानूं ईमानदार लगता है। फिर उहदा तुसीं स्कैच बनाना है, उहदी फोटो बनानी है। फिर उहदी जो ड्राइंग होएगी टीचर देखेगा, जिहदी जिन्नी वधिया ड्राइंग होएगी उन्ना वधिया ਉਹਨੂੰ ਉਹਦਾ सच होएगा। यानी ये तो ईमानदारी तो सच्चाई भी झलकदी है, तो एक क्रिएटिविटी स्टूडेंट की वो भी पता लगेगी। उसदे बाद आ गया जी एक्टिविटी चौथी, इस केस स्टडी दी है। टीचर विल नरेट ए सिचुएशन टू स्टूडेंट एंड देन आस्क देम टू आंसर सम क्वेश्चन एज पर देयर ओपीनियन अबाउट गिवन क्वेश्चन। टीचर कहेगा भी तुसीं मैं क्वेश्चन दसे ने, उहदे बारे तुसीं आंसर लिखने। जिस तरह ड्यूरिंग समर वेकेशन द स्टूडेंट वर आस्क्ड टू रीड द न्यूज़पेपर एवरी डे एंड राइट डाउन 10 main news headlines in the notebook. Rahul went out Tribune daily and noted down news headline. Seema also completed daily activity. Kiran borrowed the notebook from Seema to copy down the homework so he could submit it to the class teacher. ਉਹ ਛੁੱਟੀਆਂ ਦੀ ਗੱਲ ਸੀ ਤੇ ਟੀਚਰਸ ਨੇ ਕਿਹਾ ਸੀ ਕਿ ਤੁਸੀਂ ਹਰ ਰੋਜ਼ ਇੱਕ ਅਖਬਾਰ ਪੜ੍ਹਨਾ ਹੈ, ਉਹਦੇ ਵਿੱਚ ਜਿਹੜੀਆਂ ਮੇਨ ਖਬਰਾਂ ਦੇ ਬਾਰੇ ਕਾਪੀ 'ਤੇ ਲਿਖਣਾ ਹੈ। ਤੇ ਟ੍ਰਿਬਿਊਨ ਨੂੰ ਜੋ ਰਾਹੁਲ ਪੜ੍ਹਦਾ ਸੀ ਉਹ ਲਿਖਦਾ ਸੀਗਾ, ਸੀਮਾ ਨੇ ਵੀ ਆਪਣੀ ਲਿਖੀ ਸੀ। ਤੋ ਕਿਰਨ ਨੇ ਸੀਮਾ ਦੀ ਕਾਪੀ ਲੈ ਲਈ ਤੇ ਉਹਦੇ ਤੋਂ ਉਤਾਰ ਕੇ ਲਿਖਿਆ। ਸੋ ਇਹਦੇ ਬਾਰੇ ਹੁਣ ਬੱਚਿਆਂ ਨੇ ਦੱਸਣਾ ਹੈ ਕਿ ਤੁਸੀਂ ਕਿੰਨੀ ਸੱਚਾਈ ਨਾਲ ਕੰਮ ਕੀਤਾ ਹੈ। ਸੋ ਇਹ ਵਰਕਸ਼ੀਟ ਹੈ। ਵਟ ਵਾਜ਼ ਦਾ ਹੋਮਵਰਕ, ਕਿਹੜਾ ਕੰਮ ਦਿੱਤਾ ਗਿਆ ਸੀ। ਹੂ ਆਲ ਕੰਪਲੀਟਡ ਦੇ ਹੋਮਵਰਕ, ਕਿੰਨਿਆਂ ਨੇ ਆਪਣਾ ਕੰਮ ਕੀਤਾ। ਵਿਚ ਮੈਥਡ ਵਰ ਅਵੇਲ ਟੂ ਫਿਨਿਸ਼ ਦਾ ਵਰਕ, ਕਿਹੜਾ ਮੈਥਡ ਲਿਆ ਗਿਆ ਸੀ ਕੰਮ ਕਰਨ ਦੇ ਵਾਸਤੇ। ਵਿਚ ਮੈਥਡ ਸੀਮਸ ਐਪਰੋਪ੍ਰੀਏਟ ਟੂ ਯੂ ਐਂਡ ਵਾਈ, ਤੁਸੀਂ ਕਿਹੜਾ ਮੈਥਡ ਤੁਹਾਨੂੰ ਸਹੀ ਲੱਗਦਾ ਹੈ, ਨਿਊਜ਼ ਵਿੱਚੋਂ ਖਬਰ ਲੈਣਾ ਜਾਂ ਦੋਸਤ ਦੀ ਕਾਪੀ ਤੋਂ ਉਤਾਰਨਾ। ਇਨ ਦੈਟ ਸਿਚੁਏਸ਼ਨ ਹਾਊ ਵੁੱਡ ਯੂ ਕੰਪਲੀਟ ਯੂਰ ਹੋਮਵਰਕ, ਤੁਸੀਂ ਆਪਣਾ ਕੰਮ ਕਿੱਦਾਂ ਕਰੋਗੇ। ਵਾਟ ਡੂ ਯੂ ਥਿੰਕ ਐਜ਼ ਓਨੈਸਟੀ ਲੈਵਲ ਆਫ ਆਲ 3 ਸਟੂਡੈਂਟ, ਤਿੰਨ ਜੋ ਸਟੂਡੈਂਟਸ ਨੇ, ਕਿਰਨ ਹੋ ਗਈ, ਰਾਹੁਲ ਹੋ ਗਿਆ, ਸੀਮਾ ਹੋ ਗਈ, ਇਹ 'ਚੋਂ ਕਿਹੜਾ ਕਿੰਨਾ ਇਮਾਨਦਾਰ ਹੈ। ਇਹ ਜੋ ਇੱਥੇ ਐਕਟੀਵਿਟੀ ਨੰਬਰ 4 ਦਿੱਤੀ ਹੈ, ਇਹਦੇ ਨੂੰ ਪੜ੍ਹ ਕੇ ਹੀ ਤੁਸੀਂ ਇਹ ਜੋ ਪ੍ਰਸ਼ਨ ਨੇ 6 ਇਹਨਾਂ ਦੇ ਆਨਸਰ ਦੇਣੇ ਨੇ। ਇਸੇ ਤਰ੍ਹਾਂ ਹੀ ਟਰੂ ਐਂਡ ਫਾਲਸ ਦੀ ਗੱਲ ਕੀਤੀ ਹੈ। ਇਹ ਜੇ ਤੁਹਾਨੂੰ ਸਟੇਟਮੈਂਟ ਸਹੀ ਲੱਗਦੀ ਹੈ ਤੁਸੀਂ ਟਰੂ ਕਰਨਾ, ਜੇ ਫਾਲਸ ਲੱਗਦੀ ਹੈ ਫਾਲਸ ਕਰਨਾ ਹੈ। ਸੋ ਵਿਦਿਆਰਥੀਓ ਇਹ ਸੀ ਇਹਦੇ ਵਿੱਚ ਪਹਿਲਾ ਜੋ ਪਾਰਟ ਇਹਦਾ ਓਨੈਸਟੀ ਦੇ ਬਾਰੇ। ਉਮੀਦ ਕਰਦਾ ਹਾਂ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਲੱਗਿਆ ਹੋਵੇਗਾ। ਤੋ ਇਹ ਜੋ 4 ਐਕਟੀਵਿਟੀਜ਼ ਨੇ ਇਹ ਤੋਂ ਤੁਹਾਨੂੰ ਇਮਾਨਦਾਰੀ ਪ੍ਰੈਕਟੀਕਲੀ ਸਮਝ ਆ ਜਾਏਗੀ ਕਿ ਇਮਾਨਦਾਰੀ ਦਾ ਕੀ ਪ੍ਰਭਾਵ ਹੁੰਦਾ ਹੈ। ਹੁਣ ਦੂਸਰਾ ਆ ਜਾਂਦਾ ਹੈ ਰਿਸਪੈਕਟ, ਆਦਰ ਸਤਿਕਾਰ। ਆਦਰ ਸਤਿਕਾਰ ਦੀ ਇੱਥੇ ਗੱਲ ਕੀਤੀ ਹੈ, ਛੋਟਾ ਜਿਹਾ ਹੀ ਲੈਸਨ ਹੈ, ਵੀ ਅਸੀਂ ਕਵਰ ਕਰਾਂਗੇ। ਸਬ ਟੌਪਿਕ ਇਸ ਲੈਸਨ ਦਾ ਸਨਮਾਨ ਕਰਨਾ, ਰਿਸਪੈਕਟ ਕਰਨਾ, ਉਹਨੂੰ ਕਿਸ ਵੱਡਿਆਂ ਦਾ, ਬਰਾਬਰਦਿਆਂ ਦਾ, ਉਹਨੂੰ ਅਸੀਂ ਆਦਰ ਰਿਸਪੈਕਟ ਕਹਿੰਦੇ ਹਾਂ। ਫੀਲਿੰਗ ਆਫ ਓਨਰ ਔਰ ਅਸਟੀਮ ਡੈਟ ਅਰਾਈਜ਼ ਵਿਦਇਨ ਅ ਹਿਊਮਨ ਬੀਇੰਗ ਫॉर ਸਮਵਨ ਇਜ਼ ਕਾਲਡ ਰਿਸਪੈਕਟ, ਕਿਸੇ ਨੂੰ ਸਤਿਕਾਰ ਦੇਣਾ, ਉਹਦੀ ਭਾਵਨਾ ਦੇਣੀ, ਸਨਮਾਨ ਦੀ ਭਾਵਨਾ ਦੇਣੀ ਕਿਸੇ ਨੂੰ, ਉਹਨੂੰ ਅਸੀਂ ਆਦਰ ਸਤਿਕਾਰ ਕਹਿੰਦੇ ਹਾਂ। ਵੈਨ ਵੀ respect our peer or someone older or younger than us, we are in fact setting an example of self-respect as well as respect. Respect cannot be demanded, what should be commanded. The reaction that we receive in response to word we choose to address someone to make it quite evident who the other person has perceived our sense of respect for him. So ਕਿਸੇ ਨੂੰ ਸਨਮਾਨ ਦੇਣਾ ਉਹਨੂੰ ਆਦਰ ਕਹਿੰਦੇ ਨੇ, ਅਤੇ ਓਨਰ ਦੀ ਭਾਵਨਾ ਦੇਖਣਾ। ਅਸੀਂ ਜਦੋਂ ਅਸੀਂ ਆਪਣੇ ਪੀਰ ਗਰੁੱਪ ਬਰਾਬਰਦਿਆਂ ਦੀ, ਆਪਣੇ ਵੱਡਿਆਂ ਜਾਂ ਛੋਟਿਆਂ ਦੀ ਸਤਿਕਾਰ ਕਰਦੇ ਹਾਂ, ਅਸੀਂ ਇੱਕ ਸੈਲਫ ਰਿਸਪੈਕਟ ਦੀ ਉਦਾਹਰਨ ਬਣਦੇ ਹਾਂ ਅਤੇ ਰਿਸਪੈਕਟ ਦੀ ਵੀ ਉਦਾਹਰਨ ਬਣਦੇ ਹਾਂ। ਤਾਂ ਰਿਸਪੈਕਟ ਜਿਹੜੀ ਹੈ ਨਾ ਤਾਂ ਮੰਗੀ ਜਾ ਸਕਦੀ ਹੈ, ਇਹਨੂੰ ਅਸੀਂ ਕਮਾਂਡ ਕਰ ਸਕਦੇ ਹਾਂ, ਇਹਨੂੰ ਦੇ ਸਕਦੇ ਹਾਂ ਅਸੀਂ, ਬਟ ਅਸੀਂ ਮੰਗ ਨਹੀਂ ਸਕਦੇ। ਰਿਸਪੈਕਟ ਦੇਣਾ ਸਾਡੇ ਹੱਥ ਹੈ, ਕਿਸੇ ਤੋਂ ਉਮੀਦ ਰੱਖਣਾ ਸਾਡੇ ਹੱਥ 'ਚ ਨਹੀਂ ਹੈ। So reaction that we receive in response to word we choose address someone make it quite evident who other person has perceived our sense of respect for him. So ਜੇ ਅਸੀਂ ਕਿਸੇ ਦੀ ਆਦਰ ਕਰਦੇ ਹਾਂ, ਜੇ ਸਾਡਾ ਆਦਰ ਕਰਦਾ ਉੱਥੋਂ ਪਤਾ ਲੱਗ ਜਾਂਦਾ ਵੀ ਉਹਨੇ ਸਾਡੀ ਗੱਲ ਕਿੰਨੀ ਸਮਝੀ ਹੈ, ਉਹ ਕਿੰਨਾ ਸਤਿਕਾਰਪੂਰਵ ਹੈ। ਇੱਥੇ ਫੋਟੋ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਗੱਲ ਕੀਤੀ ਹੈ, ਤਾਂ ਬਜ਼ੁਰਗਾਂ ਦੇ ਪੈਰੀ ਹੱਥ ਲਾਉਣਾ, ਉਹਨਾਂ ਨੂੰ ਇੱਜ਼ਤ ਦੇਣਾ ਸਾਡਾ ਇੱਕ ਫਰਜ਼ ਬਣਦਾ ਹੈ। ਸੋ ਇਹਦੇ ਵਿੱਚ ਐਕਟੀਵਿਟੀ ਪਹਿਲੀ ਹੈ, group of 5 students will come to blackboard to perform an activity under the guidance of teacher. Each student will be asked to speak a sentence respectively as if conversing with someone. The rest of the student will reply in response to sentence spoken by each one of them. The teacher will monitor the activity very keenly and will then utter all the sentence one by one to make the students understand which sentence is to be spoken
with so much of softness, sweetness, naturality and with expression। सो ਇਹਦੇ ਵਿੱਚ 5 ਸਟੂਡੈਂਟ ਦਾ ਗਰੁੱਪ ਹੋਏਗਾ ਤੇ ਸਟੂਡੈਂਟ ਆਏਗਾ ਤੇ ਬਲੈਕ ਬੋਰਡ ਤੇ ਲਿਖੇਗਾ ਐਕਟੀਵਿਟੀ ਟੀਚਰ ਦੀ ਗਾਈਡੈਂਸ ਦੇ ਵਿੱਚ। तो ਹਰੇਕ ਸਟੂਡੈਂਟ ਜੋ ਹੈ ਉਹਨੂੰ ਕਿਹਾ ਜਾਏਗਾ ਤੁਸੀਂ ਬੋਲਣਾ ਹੈ ਸ਼ਬਦ ਨੂੰ ਕਿਸੇ ਦੇ ਨਾਲ ਗੱਲ ਕਰਦੇ ਤਾਂ ਕਿਸ ਤਰੀਕੇ ਨਾਲ ਗੱਲ ਕਰਦਾ ਹੈ ਉਹਦਾ ਲੈਵਲ ਵੀ ਚੈੱਕ ਹੋਏਗਾ ਇੱਥੇ। ਜਿਸ ਤਰ੍ਹਾਂ ਫਸਟ ਸਟੂਡੈਂਟ ਸਤਿ ਸ੍ਰੀ ਅਕਾਲ ਮਾਈ ਡੀਅਰ ਫਰੈਂਡ ਇਹ ਸ਼ਬਦ ਲਿਖੇਗਾ ਤੇ ਬੋਲੇਗਾ। क्लास बोलेगी सत श्री अकाल। सेकंड स्टूडेंट हेलो फ्रेंड्स, क्लास बोलेगी हेलो। थर्ड स्टूडेंट गुड मॉर्निंग माय डियर फ्रेंड्स, क्लास बोलेगी गुड मॉर्निंग। टीचर फिर स्माइल करता है। फोर्थ स्टूडेंट हो आर यू ऑल, तुसी ठीक हो, क्लास बोलेगी फाइन। वट अबाउट यू, असी ठीक हाँ, तुसी किवें हो। फिफ्थ स्टूडेंट मे आल बी वैल, उम्मीद करता असीं सारे ठीक हाँ, क्लास बोलती है मे यू आल बी वैल, हाँ असी ठीक हाँ, उम्मीद करदा तुसी भी ठीक हो। सो ये कुछ आदर वाले शब्द ने। किस टोन दे विच विद्यार्थी बोलता है, कितनी सॉफ्टनेस नाल बोलता है, तो पता लग जाता है भी वो किस तरह आदर दिंदा है। सेम एक्टिविटी विल बी रिपीटेड विद 5 अदर स्टूडेंट बट इन सेकेंड एक्टिविटी these student will address the same sentence as used in above conversation but in high pitched tone and rapidly with an expression of annoyance in their face। ਸੋ ਪਹਿਲੇ ਜੋ ਸਟੂਡੈਂਟਸ ਨੇ ਬੋਲੀ ਐਕਟੀਵਿਟੀ 5 ਗਰੁੱਪ ਦੇ ਵਿੱਚ ਉਹਨਾਂ ਨੇ ਇੱਕ ਬੜੇ ਸਤਿਕਾਰ ਦੇ ਨਾਲ ਸਹਿਣਸ਼ੀਲਤਾ ਦੇ ਭਾਵ ਨਾਲ ਸੌਫਟ ਤਰੀਕੇ ਨਾਲ ਬੋਲੀ ਹੈ, ਚੰਗੀ ਬੋਲੀ ਸੁਰੀਲੀ ਆਵਾਜ਼ 'ਚ ਬੋਲਿਆ ਜੋ ਸਾਰਿਆਂ ਨੂੰ ਸੁਣ ਕੇ ਇੱਕ ਆਦਰ ਮਿਲਿਆ। ਹੁਣ ਦੂਸਰਾ ਗਰੁੱਪ ਕੀ ਬੋਲੇਗਾ, ਇਹੀ ਜੋ ਸ਼ਬਦ ਨੇ ਲਿਖੇਗਾ ਤੇ ਬੋਲੇਗਾ ਗੁੱਸੇ 'ਚ ਜ਼ੋਰ ਨਾਲ। ਉਹਨਾਂ ਦਾ ਫਿਰ ਬਾਕੀਆਂ 'ਤੇ ਕੀ ਪ੍ਰਭਾਵ ਪੈਂਦਾ ਇੱਥੋਂ ਨੋਟ ਹੋਏਗਾ। ਚੇਂਜ ਵਿਲ ਬੀ ਨੋਟਡ ਇਨ ਰਿਸਪੌਂਸ ਟੂ ਕਲਾਸ, ਟੀਚਰ ਵਿਲ ਡਿਸਕਸ ਦਾ ਚੇਂਜ ਵਿਦ ਸਟੂਡੈਂਟ। It becomes quite evident from the response of class that in order to earn respect for yourself you need to respect other। ਸੋ ਇਸ ਐਕਟੀਵਿਟੀ ਤੋਂ ਪਤਾ ਚੱਲ ਜਾਏਗਾ ਵੀ ਜੇ ਅਸੀਂ ਕਿਸੇ ਤੋਂ ਸਤਿਕਾਰ ਲੈਣਾ ਹੈ ਤੇ ਸਾਨੂੰ ਦੂਸਰਿਆਂ ਦਾ ਸਤਿਕਾਰ ਕਰਨਾ ਪਵੇਗਾ। ਜੇ ਅਸੀਂ ਪਿਆਰ ਦੇ ਨਾਲ ਗੱਲ ਕਰਾਂਗੇ ਤਾਂ ਅਗਲਾ ਵੀ ਸਾਡੇ ਨਾਲ ਪਿਆਰ ਨਾਲ ਹੀ ਗੱਲ ਕਰੇਗਾ। ਜੇ ਅਸੀਂ ਗੁੱਸੇ ਦੇ ਵਿੱਚ ਗੱਲ ਕਰਦੇ ਤਾਂ ਸਾਡੇ ਨਾਲ ਗੁੱਸੇ 'ਚ ਹੀ ਸਾਨੂੰ ਜਵਾਬ ਮਿਲੇਗਾ। ਸੋ ਇਹਦੇ ਵਿੱਚ ਬੱਚੇ ਆਪਣੇ ਮਾਂ-ਬਾਪ ਦੇ ਪੈਰੀਂ ਹੱਥ ਲਗਾ ਰਹੇ ਨੇ, ਇਹ ਵੀ ਇੱਕ ਰਿਸਪੈਕਟ ਦੀ ਸੈਂਸ ਹੈ, ਫੋਟੋ ਤੋਂ ਨਜ਼ਰ ਆ ਰਿਹਾ। ਅੱਗੇ ਐਕਟੀਵਿਟੀ ਨੰਬਰ 2 ਹੈ। ਇਹਦੇ ਵਿੱਚ 5 ਸਟੂਡੈਂਟ ਨੇ ਜੋ ਇੰਟਰਸਟਡ ਨੇ। ਐਕਟਿੰਗ ਆਲ ਵਿਲ ਕਮ ਇਨ ਫਰੰਟ ਆਫ ਕਲਾਸ ਪਰਫਾਰਮ ਦਾ ਐਕਟੀਵਿਟੀ ਅੰਡਰ ਦਾ ਗਾਈਡੈਂਸ ਆਫ ਟੀਚਰ ਅਕੋਰਡਿੰਗ ਟੂ ਟੀਚਰ ਇੰਸਟਰਕਸ਼ਨ। 5 ਸਟੂਡੈਂਟ ਨੂੰ ਅਲੱਗ-ਅਲੱਗ ਕੰਮ ਦਿੱਤਾ ਗਿਆ, ਜਿਹੜੇ ਐਕਟਿੰਗ ਕਰਨਾ ਚਾਹੁੰਦੇ ਨੇ ਉਹ ਆ ਸਕਦੇ ਨੇ। ਫਸਟ ਸਟੂਡੈਂਟ ਵਿਲ ਮੇਕ ਏ ਹੈਪੀ ਸਮਾਈਲਿੰਗ ਫੇਸ, ਪਹਿਲਾ ਵਿਦਿਆਰਥੀ ਇੱਕ ਹੱਸਦਾ ਚਿਹਰਾ ਬਣਾਏਗਾ। दूसरा स्टूडेंट मेक ए टीयरफुल फेस, एक रोंदा चेहरा बनाएगा। थर्ड स्टूडेंट विल लुक एट क्लास विद एंग्री फेस, तीसरा गुस्से ना देखेगा। चौथा स्टूडेंट सैड चेहरा उदास चेहरा बनाएगा। फिफ्थ स्टूडेंट लुक एम्बैरस, पंजवां स्टूडेंट जो एम्बैरस लगेगा, कशमकश दे विच उलझन च लगेगा। कास्ट इज आई डाउन एंड अवॉइड आई कंटैक्ट विद एनीवन, वो दूसरे नाल अख नहीं मिलाएगा। सो 5 स्टूडेंट अलग अलग एक्टिविटी की है। ਹੁਣ ਕੀ ਕਰੇਗਾ, ਟੀਚਰ ਵਿਲ ਆਸਕ ਦਾ ਸਟੂਡੈਂਟ ਵਿਚ ਆਫ ਦਾ ਗੈਸਚਰ ਐਕਸਪ੍ਰੈਸ਼ਨ ਵਿਲ ਰੇਜ਼ ਰਿਸਪੈਕਟ ਵਿਦਿਨ them। ਦਿਸ ਐਕਟੀਵਿਟੀ ਮੇਕ ਇਟ ਕਲੀਅਰ ਦੈਟ ਦਾ ਕਾਈਂਡ ਆਫ ਰਿਸਪੈਕਟ ਵਨ ਕੈਨ ਅਰਨ ਡਿਪੈਂਡ ਔਨ ਵਾਟਸ ਗੈਸਚਰ ਐਂਡ ਫੇਸ਼ੀਅਲ ਐਕਸਪ੍ਰੈਸ਼ਨ। ਸੋ ਇੱਥੋਂ ਇਹਨਾਂ 5 ਸਟੂਡੈਂਟ ਦੇ ਬਾਰੇ ਬਾਕੀ ਕਲਾਸ ਤੋਂ ਟੀਚਰ ਪੁੱਛੇਗਾ ਕਿ ਤੁਸੀਂ ਇਹ ਜੋ ਐਕਸਪ੍ਰੈਸ਼ਨ ਬੱਚਿਆਂ ਨੇ ਦਿੱਤੇ ਨੇ ਇਹਦੇ ਤੋਂ ਤੁਹਾਨੂੰ ਕੀ ਉੱਭਰ ਕੇ ਆਉਂਦਾ ਹੈ, ਕਿਹੜਾ ਐਕਸਪ੍ਰੈਸ਼ਨ ਹਾਵ ਭਾਵ ਦੇਖ ਕੇ ਤੁਹਾਡੇ ਦਿਮਾਗ 'ਚ ਆਦਰ ਆਉਂਦਾ ਹੈ ਜਾਂ ਗੁੱਸਾ ਆਉਂਦਾ ਹੈ, ਇੱਥੋਂ ਦੇਖਣਾ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈ ਵੀ ਜੋ ਹਾਵ ਭਾਵ ਨੇ ਸਾਡੇ ਗੈਸਚਰ ਨੇ ਚਿਹਰੇ ਦੇ, ਇੱਥੋਂ ਸਾਨੂੰ ਪਤਾ ਲੱਗ ਜਾਂਦਾ ਹੈ ਰਿਸਪੈਕਟ ਦੇ ਬਾਰੇ। ਸੋ ਇਹਨਾਂ ਐਕਟੀਵਿਟੀਜ਼ ਤੋਂ ਰਿਸਪੈਕਟ ਦੇ ਬਾਰੇ ਤੁਹਾਨੂੰ ਆਰਾਮ ਦੇ ਨਾਲ ਸਮਝ ਆ ਗਿਆ ਹੋਵੇਗਾ। ਇਹ ਵਰਕਸ਼ੀਟ ਹੈ ਵਿਚ ਪਰਸਨ ਹੈਜ਼ ਅਰਨ ਮੋਰ ਰਿਸਪੈਕਟ ਫਰੋਮ ਅਦਰ ਸਟੂਡੈਂਟ ਐਂਡ ਵਾਈ। ਇਸ ਐਕਟੀਵਿਟੀ ਦੇ ਕੁਐਸਚਨ ਨੇ, ਕਿਹੜੇ ਸਟੂਡੈਂਟ ਨੇ ਜ਼ਿਆਦਾ ਰਿਸਪੈਕਟ ਲਈ। ਵਾਟ ਇਜ਼ ਬੈਨੀਫਿਟ ਆਫ ਰਿਸਪੈਕਟਿੰਗ ਅਦਰ, ਦੂਸਰਿਆਂ ਦਾ ਇੱਜ਼ਤ ਕਰਨ ਦਾ ਕੀ ਫਾਇਦਾ ਹੁੰਦਾ ਹੈ। ਵਾਟ ਚੇਂਜਿਸ ਡੂ ਯੂ ਨੀਡ ਟੂ ਮੇਕ ਵਿਦਿਨ ਯੂਰ ਸੈਲਫ ਟੂ ਔਰ ਗੇਨ ਸੈਲਫ ਅਸਟੀਮ, ਆਪਣੇ ਆਪ ਨੂੰ ਉੱਚਾ ਉਠਾਉਣ ਦੇ ਵਾਸਤੇ ਤੁਹਾਨੂੰ ਕੀ ਕਰਨਾ ਪਵੇਗਾ। ਬਾਕੀ ਇਹ ਸਟੇਟਮੈਂਟ ਸਹੀ ਗਲਤ ਨੇ, ਇਹ ਤੁਸੀਂ ਆਰਾਮ ਨਾਲ ਪੜ੍ਹ ਕੇ ਲਿਖ ਸਕਦੇ ਹੋ। ਤੇ ਪਿਆਰੇ ਵਿਦਿਆਰਥੀਓ, ਮੈਂ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਜੋ ਲੈਸਨ ਨੰਬਰ 1 ਹੈ 11ਵੀਂ ਕਲਾਸ ਦਾ, ਇਮਾਨਦਾਰੀ ਤੇ ਰਿਸਪੈਕਟ, 2 ਸ਼ਬਦ ਨੇ, ਇਹਨਾਂ ਨੂੰ ਅਸੀਂ ਅੱਜ ਸਮਝਿਆ ਤੇ ਸਿੱਖਿਆ ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਅਪਲਾਈ ਕਰਨਾ ਹੈ ਤੇ ਇਹਨਾਂ ਸ਼ਬਦਾਂ ਦਾ ਸਾਡੀ ਜ਼ਿੰਦਗੀ 'ਤੇ ਕੀ ਪ੍ਰਭਾਵ ਹੈ। ਤੇ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਜੋ ਇਮਾਨਦਾਰੀ ਹੈ ਉਹ ਲੱਕੜਹਾਰੇ ਤੇ ਭੇਡਾਂ ਚਰਾਉਣ ਵਾਲੇ ਲੜਕੇ ਦੀ ਕਹਾਣੀ ਤੋਂ ਸਮਝ ਆ ਗਈ ਹੋਵੇਗੀ।
ਤੇ ਜੋ ਰਿਸਪੈਕਟ ਹੈ ਉਹ ਕੁਛ ਐਕਟੀਵਿਟੀ ਜੋ ਟੀਚਰ ਨੇ ਦੱਸੀਆਂ ਨੇ ਉੱਥੋਂ ਆ ਗਈ ਹੋਵੇਗੀ। ਤੇ ਵੀਡੀਓ ਕਿਸ ਤਰ੍ਹਾਂ ਦਾ ਲੱਗਿਆ ਬੱਚਿਓ ਕਾਈਂਡਲੀ ਮੈਨੂੰ ਜ਼ਰੂਰ ਰਿਪਲਾਈ ਕਰਨਾ। ਤੇ ਜੇ ਵੀਡੀਓ 'ਚ ਕੋਈ ਤੁਹਾਨੂੰ ਪ੍ਰੋਬਲਮ ਲੱਗਦੀ ਹੈ ਕਿਸੇ ਕੁਐਸਚਨ 'ਤੇ ਤੁਸੀਂ ਕਮੈਂਟ ਕਰ ਸਕਦੇ ਹੋ। ਮਿਲਦੇ ਹਾਂ ਅਗਲੇ ਲੈਸਨ ਦੇ ਵਿੱਚ। ਫਾਰ ਵੈਲਕਮ ਲਾਈਫ। ਥੈਂਕਸ ਫਾਰ ਵਾਚਿੰਗ।